ਭਗਵਦ ਗੀਤਾ ਬਨਾਮ ਗੋਬਿੰਦ ਗੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਪੰਥ ਨੂੰ ਵਿਸ਼ਾਲ ਹਿੰਦੂ ਪਰਿਵਾਰ ਦਾ ਅੰਗ ਦਰਸਾਉਣ ਦੇ ਮੰਤਵ ਨਾਲ ਚੰਡੀਗੜ੍ਹ ਸਥਿਤ ਕ੍ਰਿਡ, ਜਿਸ ਦਾ ਪੂਰਾ ਨਾਮ ਦਾ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਨਾਮ ਦੀ ਖੋਜ ਸੰਸਥਾ ਨੇ ਪਰਸ਼ੋਤਮ ਕੁਮਾਰ ਪੀਕੇ ਨਿਝਾਵਨ ਨਾਮ ਦੇ ਇੱਕ ਪ੍ਰਭਾਵਸ਼ਾਲੀ ਪੰਜਾਬੀ ਹਿੰਦੂ ਬੁੱਧੀਮਾਨ ਦੁਆਰਾ ਸ੍ਰੀ ਗੁਰੂ ਗੋਬਿੰਦ ਗੀਤਾ ਦੇ ਸਿਰਲੇਖ ਹੇਠ ਲਿਖੀ ਗਈ ਇੱਕ ਲੰਬੀ ਕਵਿਤਾ ਨੂੰ ਸੁੰਦਰ ਤੇ ਮਨਮੋਹਕ ਕਿਤਾਬ ਦੀ ਸ਼ਕਲ ਵਿੱਚ ਛਾਪ ਕੇ ਵਿਆਪਕ ਪੱਧਰ ਤੇ ਵੰਡਣ ਦਾ ਉਤਸ਼ਾਹਪੂਰਨ ਪ੍ਰੋਜੈਕਟ ਉਲੀਕਿਆ। ਪਰ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਦੇ ਅਮਲ ਦੌਰਾਨ ਹੀ ਲੇਖਕ ਦਾ ਸਰਪ੍ਰਸਤਾਂ ਨਾਲ ਅਹਿਦਨਾਮੇ ਦੀਆਂ ਮੱਦਾਂ ਨੂੰ ਲੈ ਕੇ ਝਗੜਾ ਖੜਾ ਹੋ ਗਿਆ, ਜਿਹੜਾ ਅਖੀਰ ਵਿੱਚ ਜਾ ਕੇ ਬਹੁਤ ਹੀ ਤਿੱਖੀ ਤੇ ਕਰੂਪ ਸ਼ਕਲ ਅਖਤਿਆਰ ਕਰ ਗਿਆ। ਇਸ ਝਗੜੇ 'ਚੋਂ ਭਾਰਤ ਦੇ ਹਿੰਦੂ ਹੁਕਮਰਾਨ ਵਰਗ ਵੱਲੋਂ ਸਿੱਖ ਪੰਥ ਦੀ ਨਵੇਕਲੀ ਸੱਭਿਆਚਾਰਕ ਪਛਾਣ ਤੇ ਹਸਤੀ ਨੂੰ ਖੋਰਾ ਲਾ ਕੇ ਇਸ ਨੂੰ ਭਾਰਤੀ ਮੁੱਖ ਧਾਰਾ ਵਿੱਚ ਅਭੇਦ ਕਰ ਲੈਣ ਦੀ ਡੂੰਘੀ ਤੇ ਦੂਰਵਰਤੀ ਯੋਜਨਾ ਦੀਆਂ ਕਈ ਪ੍ਰੋਗ ਪਰਤਾਂ ਉਗੜ ਕੇ ਸਾਹਮਣੇ ਆ ਗਈਆਂ। ਪੀਕੇ ਨਿਝਾਵਨ ਦੇ ਆਪਣੇ ਲਫ਼ਜ਼ਾਂ ਵਿੱਚ ਕਹਾਣੀ ਇਸ ਤਰ੍ਹਾਂ ਸ਼ੁਰੂ ਹੋਈ। 60ਵਿਆਂ ਦੇ ਮੁੱਢ ਵਿੱਚ ਜਦੋਂ ਪੰਜਾਬ ਅੰਦਰ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਡ ਦਾ ਆਰੰਭ ਹੋਇਆ ਅਤੇ ਖਾੜਕੂ ਪੁਣੇ ਤੇ ਦਹਿਸ਼ਤਗਰਦੀ ਨੇ ਆਪਣੀ ਕਰੂਪ ਸਿਰੀ ਉੱਚੀ ਚੁੱਕੀ, ਬੰਬਈ ਅੰਦਰ ਆਪਣਾ ਕੈਰੀਅਰ ਬਣਾਉਣ ਵਿੱਚ ਮਗਨ ਸੀ। ਮੈਂ ਪੰਜਾਬ ਤੇ ਪੰਜਾਬੀ ਬਾਰੇ ਲਗਭਗ ਸਾਰਾ ਕੁਝ ਮਨੋਵਿਸਾਰ ਛੱਡਿਆ ਸੀ। ਇਸ ਦੇ ਬਾਵਜੂਦ ਜਦੋਂ ਮੇਰੀ ਪਿੱਤਰ ਭੂਮੀ ਦੇ ਦਸੌਂਟਿਆਂ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਮੈਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। ਮੇਰੇ ਲਈ ਸੌਣਾ ਤੇ ਆਰਾਮ ਕਰਨਾ ਹਰਾਮ ਹੋ ਗਿਆ। ਕਈ ਵਾਰ ਮੈਨੂੰ ਮਹਿਸੂਸ ਹੋਇਆ ਕਿ ਜਦੋਂ ਮੇਰੀ ਜਨਮ ਭੂਮੀ ਉੱਤੇ ਇੰਨੀਆਂ ਚੰਦਰੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਮੇਰਾ ਜਿਉਣਾ ਤ੍ਰਿਗ ਹੈ। ਅਜਿਹੀ ਹੀ ਪਲਾਂ ਵਿੱਚ ਮੈਨੂੰ ਅਚਾਨਕ ਇੱਕ ਚਾਨਣ ਦੀ ਲਿਸ਼ਕ ਜਿਹੀ ਨਜ਼ਰ ਆਈ। ਇੱਕ ਸੁਪਨ ਦ੍ਰਿਸ਼ ਵਰਗਾ ਆਭਾਸ ਹੋਇਆ ਜਿਸ ਨੇ ਮੇਰੀ ਜ਼ਿੰਦਗੀ ਪੂਰਨ ਤੌਰ ਤੇ ਬਦਲ ਦਿੱਤੀ। ਮੈਨੂੰ ਲੱਗਿਆ ਕਿ ਮੈਨੂੰ ਦਰਗਾਹ ਵੱਲੋਂ ਇਹ ਆਦੇਸ਼ ਮਿਲਿਆ ਹੈ ਕਿ ਮੈਂ ਪੰਜਾਬ ਅੰਦਰ ਫਿਰਕੂ ਪੁਣੇ ਦੇ ਬਲ ਰਹੇ ਭਾਂਬੜਾਂ ਨੂੰ ਬੁਝਾਉਣ ਦਾ ਕਾਰਜ ਕਰਨਾ ਹੈ। ਇਸ ਤਰ੍ਹਾਂ ਪੀਕੇ ਨਿਝਾਵਨ ਨੇ ਬੰਬਈ ਵਿੱਚ ਪੱਤਰਕਾਰੀ ਦੇ ਖੇਤਰ ਵਿੱਚ ਆਪਣੇ ਬਣਦੇ ਫੱਬਦੇ ਰੁਤਬੇ ਨੂੰ ਛੱਡ ਕੇ ਤੁਰੰਤ ਪੰਜਾਬ ਚਲੇ ਜਾਣ ਦਾ ਨਿਰਣਾ ਕਰ ਲਿਆ। ਬੰਬਈ ਵਿੱਚ ਰਹਿੰਦਾ ਵੀ ਉਹ ਗਾਹੇ ਬਗਾਹੇ ਅਖਬਾਰਾਂ ਵਿੱਚ ਪੰਜਾਬ ਮਸਲੇ ਬਾਰੇ ਲਿਖਦਾ ਰਹਿੰਦਾ ਸੀ ਅਤੇ ਉਸ ਨੇ ਬੰਬਈ ਰਹਿੰਦੇ ਕੁਝ ਨਾਮਵਰ ਪੰਜਾਬੀਆਂ ਨੂੰ ਇਕੱਠੇ ਕਰਕੇ ਬੰਬੇ ਪੰਜਾਬੀਅਤ ਫਰੰਟ ਨਾਂ ਦਾ ਇੱਕ ਨੀਮ ਰਾਜਸੀ ਮੰਚ ਕਾਇਮ ਕੀਤਾ ਹੋਇਆ ਸੀ, ਜਿੱਥੇ ਪੰਜਾਬ ਅੰਦਰ ਪੈਦਾ ਹੋਏ ਸੰਕਟ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਸੀ। ਪੰਜਾਬ ਅੰਦਰ ਪੈਦਾ ਹੋਏ ਸੰਕਟ ਬਾਰੇ ਪੀਕੇ ਨਿਝਾਵਨ ਦੀ ਸਿਧਾਂਤਕ ਧਾਰਨਾ ਇਹ ਸੀ ਕਿ ਪੰਜਾਬ ਦੇ ਹਿੰਦੂਆਂ ਤੇ ਸਿੱਖਾਂ ਵਿੱਚ ਆਪਣੀ ਸਾਂਝੀ ਹੋਣੀ ਦਾ ਅਹਿਸਾਸ ਪੈਦਾ ਕਰਨ ਲਈ ਹਿੰਦੂ ਸਿੱਖ ਅਭਿੰਨਤਾ ਦੇ ਕੁਝ ਨਵੇਂ ਚਿੰਨ੍ਹ ਘੜਨੇ ਜ਼ਰੂਰੀ ਹੋ ਗਏ ਸਨ, ਕਿਉਂਕਿ ਉਹਨਾਂ ਦੀ ਸਾਂਝ ਦੇ ਪੁਰਾਣੇ ਚਿੰਨ੍ਹ ਬਿਖਰ ਚੁੱਕੇ ਸਨ। ਨਿਝਾਵਨ ਇਸ ਦੇ ਲਈ ਸਿੱਖਾਂ ਨੂੰ ਘੱਟ, ਹਿੰਦੂਆਂ ਨੂੰ ਵੱਧ ਦੋਸ਼ੀ ਮੰਨਦਾ ਸੀ। ਉਸ ਦੀ ਦਲੀਲ ਇਹ ਸੀ ਕਿ ਪਹਿਲਾ ਪਹਿਲ ਸਮੁੱਚੇ ਹਿੰਦੂ ਵਰਗ ਦੀ ਇਹ ਸਰਬ ਸਾਂਝੀ ਧਾਰਨਾ ਸੀ ਕਿ ਸਿੱਖ ਧਰਮ ਹਿੰਦੂ ਧਰਮ ਨਾਲੋਂ ਕੋਈ ਵੱਖਰਾ ਜਾਂ ਸੁਤੰਤਰ ਧਰਮ ਨਹੀਂ। ਇਹ ਵਿਸ਼ਾਲ ਹਿੰਦੂ ਧਰਮ ਪਰਿਵਾਰ ਦਾ ਹੀ ਇੱਕ ਅਨਿੱਖੜਵਾਂ ਅੰਗ ਹੈ ਅਤੇ ਖਾਲਸਾ ਪੰਥ ਦੀ ਸਥਾਪਨਾ ਹਿੰਦੂ ਧਰਮ ਦੀ ਰੱਖਿਆ ਕਰਨ ਦੇ ਮਨੋਰਥ ਨਾਲ ਹੀ ਕੀਤੀ ਗਈ ਸੀ। ਪਰੰਤੂ ਬਸਤੀਵਾਦ ਦੇ ਦੌਰ ਅੰਦਰ ਹਿੰਦੂਆਂ ਅੰਦਰ ਇੱਕ ਧਾਰਮਿਕ ਭਾਈਚਾਰੇ ਨਾਲੋਂ ਵੱਧ ਕੇ ਆਪਣੇ ਆਪ ਨੂੰ ਇੱਕ ਕੌਮ ਚਿਤਵਨ ਅਤੇ ਇਸ ਆਧਾਰ ਤੇ ਆਪਣੇ ਆਪ ਨੂੰ ਇਕਜੁੱਟ ਤੇ ਜਥੇਬੰਦ ਕਰਨ ਦੀ ਰੁਚੀ ਪ੍ਰਫੁੱਲਤ ਹੋ ਗਈ, ਜਿਸ ਸਦਕਾ ਉਹਨਾਂ ਅੰਦਰ ਦੂਸਰੇ ਧਾਰਮਿਕ ਭਾਈਚਾਰਿਆਂ ਪ੍ਰਤੀ ਮੁਕਾਬਲੇ ਤੇ ਸ਼ਰੀਕੇਬਾਜ਼ੀ ਦੀ ਭਾਵਨਾ ਜ਼ੋਰ ਫੜ ਗਈ। ਨਿਝਾਵਨ ਦਾ ਵਿਸ਼ਵਾਸ ਸੀ ਕਿ ਭਾਰਤ ਅੰਦਰ ਫਿਰਕਾ ਪ੍ਰਸਤੀ ਦੇ ਮਸਲੇ ਨੂੰ ਹੱਲ ਕਰਨ
ਅਤੇ ਰਵਾਇਤੀ ਵੰਨ ਸੁਵੰਨਤਾ ਨੂੰ ਬਚਾ ਕੇ ਰੱਖਣ ਲਈ ਹਿੰਦੂਆਂ ਨੂੰ ਮੁੜ ਤੋਂ ਆਪਣੀ ਪੁਰਾਣੀ ਧਾਰਨਾ ਵੱਲ ਪਰਤਣਾ ਪੈਣਾ ਹੈ। ਨਿਝਾਵਨ ਨੂੰ ਪੰਜਾਬ ਮਸਲੇ ਦਾ ਹੱਲ ਇਧਰੋਂ ਦਿਖਾਈ ਦਿੰਦਾ ਸੀ। ਉਹ ਹਿੰਦੂਆਂ ਤੇ ਸਿੱਖਾਂ ਦੀ ਅਭਿੰਨਤਾ ਦਾ ਕੋਈ ਅਜਿਹਾ ਨਵੇਲਾ ਚਿੰਨ੍ਹ ਸਿਰਜਣਾ ਚਾਹੁੰਦਾ ਸੀ ਜੋ ਉਹਨਾਂ ਵਿਚਕਾਰ ਪੈਦਾ ਹੋਈ ਬੇਇਤਫਾਕੀ ਤੇ ਬੇਵਿਸ਼ਵਾਸੀ ਦੇ ਜ਼ਹਿਰ ਨੂੰ ਭਸਮ ਕਰ ਦੇਣ ਦਾ ਦਮ ਰੱਖਦਾ ਹੋਵੇ। ਵਿਚਾਰਾਂ ਦੀ ਅਜਿਹੀ ਉਧੇੜ ਬੁਣ ਵਿੱਚੋਂ ਉਸ ਨੂੰ ਅਚਾਨਕ ਇੱਕ ਫੁਰਨਾ ਫੁਰਿਆ। ਉਸ ਨੂੰ ਭਗਵਦ ਗੀਤਾ ਦੇ ਨਮੂਨੇ ਤੇ ਗੋਬਿੰਦ ਗੀਤਾ ਦੀ ਰਚਨਾ ਕਰਨ ਦਾ ਖਿਆਲ ਆਇਆ, ਜਿਸ ਵਿੱਚ ਦਸਮ ਪਾਤਸ਼ਾਹ ਵੱਲੋਂ ਨਦੇੜ ਵਿਖੇ ਮਾਧੋ ਦਾਸ ਨਾਂ ਦੇ ਇੱਕ ਹਿੰਦੂ ਬੈਰਾਗੀ ਦਾ ਕਾਇਆ ਕਲਪ ਕਰਕੇ ਉਸ ਨੂੰ ਬੰਦਾ ਬਹਾਦਰ ਦੇ ਰੂਪ ਵਿੱਚ ਪੰਜਾਬ ਅੰਦਰ ਜਾ ਕੇ ਧਰਮ ਯੁੱਧ ਲੜਨ ਲਈ ਉਸੇ ਤਰ੍ਹਾਂ ਪ੍ਰੇਰਿਤ ਕਰਦੇ ਦਿਖਾਇਆ ਜਾਣਾ ਸੀ, ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਨੇ ਕੁਰੂਕਸ਼ੇਤਰ ਦੇ ਰਣ ਖੇਤਰ ਅੰਦਰ ਅਰਜੁਨ ਨੂੰ ਉਪਦੇਸ਼ ਦੇ ਕੇ ਲੜਨ ਲਈ ਪ੍ਰੇਰਿਤ ਕੀਤਾ ਸੀ। ਨਿਝਾਵਨ ਦਾ ਵਿਸ਼ਵਾਸ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਕ੍ਰਿਸ਼ਨ ਦਾ ਅਤੇ ਮਾਧੋ ਦਾਸ ਬੈਰਾਗੀ ਨੂੰ ਵੀਰ ਅਰਜੁਨ ਦਾ ਪ੍ਰਤੀਕ ਰੂਪ ਦਰਸਾਉਣ ਨਾਲ ਸਿੱਖਾਂ ਤੇ ਹਿੰਦੂਆਂ ਦੇ ਹਿਰਦਿਆਂ ਅੰਦਰ ਆਪਸੀ ਸਾਂਝ ਤੇ ਭਾਈਚਾਰੇ ਦਾ ਅਜਿਹਾ ਬਲਵਾਨ ਜਜ਼ਬਾ ਪੈਦਾ ਹੋ ਜਾਵੇਗਾ ਕਿ ਉਹਨਾਂ ਵਿਚਕਾਰ ਪੈਦਾ ਹੋਈਆਂ ਸਾਰੀਆਂ ਦੂਰੀਆਂ ਮਿਟ ਜਾਣਗੀਆਂ। ਇਸ ਕਲਪਨਾ ਨੇ ਉਸ ਅੰਦਰ ਅਜਿਹਾ ਸਿਰਜਣਾਤਮਕ ਜੋਸ਼ ਪੈਦਾ ਕਰ ਦਿੱਤਾ ਕਿ ਉਸ ਨੇ ਆਵੇਸ਼ ਵਿੱਚ ਆ ਕੇ ਆਪਣੀ ਇਸ ਕਲਪਨਾ ਨੂੰ ਸੋਝਮਈ ਛੰਦ ਰਹਿਤ ਮਹਾਕਾਵ ਦਾ ਰੂਪ ਦੇ ਦਿੱਤਾ। ਇਸ ਸਿਰਜਣਾ ਨੇ ਉਸ ਨੂੰ ਭਾਵਾਂ ਦੇ ਇੱਕ ਨਵੇਂ ਮੰਡਲ ਵਿੱਚ ਪਹੁੰਚਾ ਦਿੱਤਾ, ਜਿਸ ਦਾ ਅੰਦਾਜ਼ਾ ਉਸ ਦੇ ਇਹਨਾਂ ਸ਼ਬਦਾਂ ਤੋਂ ਲਾਇਆ ਜਾ ਸਕਦਾ ਹੈ। ਜ਼ਾਹਰਾ ਤੌਰ ਤੇ ਅਗਲਾ ਪੜਾਅ ਇਹ ਸੀ ਕਿ ਮੈਂ ਪੰਜਾਬ ਨੂੰ ਚਾਲੇ ਪਾਵਾਂ ਅਤੇ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਉਸ ਇਲਾਹੀ ਸੰਦੇਸ਼ ਨੂੰ ਫੈਲਾਵਾਂ ਜਿਹੜਾ ਉਸ ਨੇ ਆਪਣੇ ਬੰਦੇ ਨੂੰ ਆਪਣਾ ਇਤਿਹਾਸਕ ਮਿਸ਼ਨ ਆਰੰਭ ਕਰਨ ਲਈ ਪੰਜਾਬ ਵੱਲ ਰਵਾਨਾ ਕਰਨ ਮੌਕੇ ਦਿੱਤਾ ਸੀ। ਮੈਂ ਵੀ ਆਪਣੇ ਆਪ ਨੂੰ ਕਿਵੇਂ ਨਾ ਕਿਵੇਂ ਉਸ ਦਾ ਹੀ ਬੰਦਾ ਚਿਤਵਣ ਲੱਗ ਪਿਆ ਸਾਂ। ਲੇਖਕ ਨੇ ਬੰਬਈ, ਦਿੱਲੀ ਤੇ ਚੰਡੀਗੜ੍ਹ ਵਿੱਚ ਆਪਣੇ ਜਾਣੂ ਲੋਕਾਂ ਅੰਦਰ ਜਿੱਥੇ ਵੀ ਆਪਣੀ ਇਸ ਕਾਵ ਰਚਨਾ ਦਾ ਪਾਠ ਕੀਤਾ, ਹਰ ਜਗ੍ਹਾ ਇਸ ਦੀ ਭਾਰੀ ਪ੍ਰਸ਼ੰਸਾ ਹੋਈ ਅਤੇ ਲੇਖਕ ਨੂੰ ਭਰਪੂਰ ਦਾਦ ਮਿਲੀ। ਬੌਧਿਕ ਕਾਰਜ ਖੇਤਰ ਨਾਲ ਜੁੜਿਆਂ ਤੇ ਰਾਸ਼ਟਰਵਾਦ ਦੇ ਰੰਗ ਵਿੱਚ ਰੰਗਿਆ ਕੋਈ ਹਿੰਦੂ ਸੀ ਜਾਂ ਸਿੱਖ, ਹਰ ਕਿਸੇ ਨੇ ਇਸ ਦੀ ਇੱਕ ਦੂਜੇ ਨਾਲੋਂ ਵੱਧ ਕੇ ਤਾਰੀਫ ਕੀਤੀ ਅਤੇ ਇਸ ਨੂੰ ਕਿਤਾਬ ਦੇ ਰੂਪ ਵਿੱਚ ਛਾਪ ਕੇ ਵਿਆਪਕ ਪੈਮਾਨੇ ਤੇ ਵੰਡਣ ਦੀਆਂ ਹਰ ਪਾਸਿਓਂ ਪੁਰਜ਼ੋਰ ਸਿਫਾਰਸ਼ਾਂ ਹੋਈਆਂ। ਖਾਸ ਕਰਕੇ ਕ੍ਰਿਡ ਦੇ ਸੰਚਾਲਕ ਰਸ਼ਪਾਲ ਮਲਹੋਤਰਾ ਨੇ ਇਸ ਰਚਨਾ ਵਿੱਚ ਖਾਸੋ ਖਾਸ ਰੁਚੀ ਪ੍ਰਗਟਾਈ ਤੇ ਇਸ ਨੂੰ ਦੇਸ਼ ਵਿਦੇਸ਼ ਅੰਦਰ ਵੱਡੇ ਪੈਮਾਨੇ ਤੇ ਵੰਡਣ ਦਾ ਜ਼ੁੰਮਾ ਉਠਾਇਆ। ਇਸ ਤਰ੍ਹਾਂ ਇਸ ਬੇਹੱਦ ਉਤਸ਼ਾਹ ਭਰੇ ਮਾਹੌਲ ਵਿੱਚ ਅਪ੍ਰੈਲ 1985 ਵਿੱਚ ਸ੍ਰੀ ਗੁਰੂ ਗੋਬਿੰਦ ਗੀਤਾ ਦੇ ਸਿਰਲੇਖ ਹੇਠ ਕਿਤਾਬ ਬਕਾਇਦਾ ਛਪ ਕੇ ਸਾਹਮਣੇ ਆ ਗਈ। ਉਮੀਦ ਮੁਤਾਬਕ ਬਹੁਤਕ ਹਲਕਿਆਂ ਅੰਦਰ ਕਿਤਾਬ ਨੂੰ ਪੁਰਜੋਸ਼ ਹੁੰਗਾਰਾ ਮਿਲਿਆ, ਜਿਸ ਦੀਆਂ ਕੁਝ ਚੋਣਵੀਆਂ ਵੰਨਗੀਆਂ ਹਾਜ਼ਰ ਹਨ। ਕੌਮਾਂਤਰੀ ਪ੍ਰਸਿੱਧੀ ਦੇ ਮਾਲਕ ਡਾਕਟਰ ਪ੍ਰੇਮ ਕਿਰਪਾਲ ਨੇ ਕਿਤਾਬ ਦੀ ਸਮਕਾਲੀ ਮਾਹੌਲ ਅੰਦਰ ਰਾਜਸੀ ਅਹਿਮੀਅਤ ਜਤਾਉਂਦਿਆਂ ਹੋਇਆਂ ਇਸ ਨੂੰ ਸਮੇਂ ਦੇ ਅਨੁਕੂਲ ਤੇ ਸਾਡੇ ਕੌਮੀ ਸੰਕਟ ਲਈ ਬੇਹੱਦ ਢੁਕਵਾਂ ਕਰਾਰ ਦਿੰਦੇ ਹੋਏ ਇਸ ਦਾ ਪੁਰਜੋਸ਼ ਸਵਾਗਤ ਕੀਤਾ। ਉਸ ਨੇ ਵਿਸ਼ਵਾਸ ਜ਼ਾਹਰ ਕੀਤਾ ਕਿ ਇਹ ਰਚਨਾ ਭਾਰਤ ਦੀ ਕੌਮੀ ਏਕਤਾ ਤੇ ਅਖੰਡਤਾ ਲਈ ਪੁੱਜ ਕੇ ਲਾਹੇਬੰਦੀ ਸਾਬਤ ਹੋਵੇਗੀ। ਜੇਕਰ ਹਿੰਦੂਆਂ ਤੇ ਸਿੱਖਾਂ ਨੇ ਜ਼ਿੰਦਗੀ ਤੇ ਧਰਮ ਦੇ ਵੱਖੋ ਵੱਖਰੇ ਰਸਤੇ ਧਾਰਨ ਕਰ ਲਏ ਅਤੇ ਉਹ ਇੱਕ ਦੂਜੇ ਨਾਲ ਉਲਝ ਪਏ, ਤਾਂ ਇਹ ਗੱਲ ਭਾਰਤ ਦੀ ਆਤਮਾ ਲਈ ਪੌਰਾਣਿਕ ਮਹਾਭਾਰਤ ਨਾਲੋਂ ਵੀ ਵੱਧ ਵਿਨਾਸ਼ਕਾਰੀ ਸਾਬਤ ਹੋ ਸਕਦੀ ਹੈ। ਇਹ ਗੱਲ ਸਾਡੇ ਵਾਸਤੇ ਜ਼ਿੰਦਗੀ ਤੇ ਮੌਤ ਦਾ ਮਸਲਾ ਬਣੀ ਹੋਈ ਹੈ ਕਿ ਹਿੰਦੂਆਂ ਤੇ ਸਿੱਖਾਂ ਦਰਮਿਆਨ ਆਤਮਿਕ ਸੰਜੋਗ ਤੇ ਸਮਾਜੀ ਮੇਲ ਮਿਲਾਪ ਨੂੰ ਪੰਜਾਬ ਦੇ ਸੱਭਿਆਚਾਰ ਤੇ ਰਵਾਇਤਾਂ ਵਿੱਚ ਸੰਭਾਲ ਕੇ ਰੱਖਿਆ ਜਾਵੇ। ਧਰਮ ਨਿਰਲੇਪਤਾ, ਤਰੱਕੀ, ਆਧੁਨਿਕਤਾ ਤੇ ਮਾਨਵਵਾਦ ਦਾ ਮੁਕੱਦਰ
ਇਸ ਏਕਤਾ ਜਿਸ ਨੂੰ ਨਿਝਾਵਨ ਦੀ ਅਨੂਠੀ ਕਵਿਤਾ ਵਿੱਚ ਬੁਲੰਦ ਕੀਤਾ ਗਿਆ ਹੈ ਉੱਤੇ ਮੁਨੱਸਰ ਕਰਦਾ ਹੈ। ਮੈਨੂੰ ਉਮੀਦ ਹੈ ਕਿ ਸਾਰੀਆਂ ਵਿਦਿਅਕ ਸੰਸਥਾਵਾਂ, ਅਧਿਆਪਕ ਤੇ ਵਿਦਵਾਨ ਇਸ ਰਚਨਾ ਦਾ ਯੋਗ ਇਸਤੇਮਾਲ ਕਰਨਗੇ ਅਤੇ ਸੰਸਾਰ ਭਰ ਦੇ ਪੰਜਾਬੀ ਇਸ ਦਾ ਭਰਵਾਂ ਮੁੱਲ ਪਾਉਣਗੇ। ਰਾਮਾ ਕ੍ਰਿਸ਼ਨ ਮੱਠ ਹੈਦਰਾਬਾਦ ਦੇ ਮੁਖੀ ਸਵਾਮੀ ਰੰਗਾਨਾਥ ਨੰਦ ਨੂੰ ਕਿਤਾਬ ਇੰਨੀ ਲਜ਼ਤ ਭਰੀ ਤੇ ਦਿਲਚਸਪ ਲੱਗੀ ਕਿ ਉਸ ਨੇ ਸਾਰੀ ਕਿਤਾਬ ਇੱਕੋ ਸਾਹੇ ਪੜ੍ਹ ਮਾਰੀ। ਲੇਖਕ ਨੂੰ ਦਾਦ ਦਿੰਦਿਆਂ ਉਸ ਨੇ ਲਿਖਿਆ, ਤੁਸੀਂ ਇਸ ਮਹਾਨ ਨਾਇਕ ਬੰਦਾ ਬੈਰਾਗੀ ਨੂੰ ਸੰਪੂਰਨ ਭਾਰਤੀ ਪ੍ਰਸੰਗ ਵਿੱਚ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਹੈ। ਉਮੀਦ ਹੈ ਕਿ ਇਸ ਦੀ ਚੋਖੀ ਵਿਕਰੀ ਹੋਵੇਗੀ। ਸਵਾਮੀ ਨੇ ਲੇਖਕ ਨਾਲ ਇਹ ਮਹੱਤਵਪੂਰਨ ਤੱਥ ਵੀ ਸਾਂਝਾ ਕੀਤਾ ਕਿ ਖੁਦ ਉਸ ਵੱਲੋਂ ਵੀ ਇਸੇ ਹੀ ਆਸ਼ਾ ਨਾਲ ਲਿਖੀ ਗਈ ਇੱਕ ਕਿਤਾਬ ਸਵਾਮੀ ਵਿਵੇਕਾਨੰਦ ਦੀਆਂ ਨਜ਼ਰਾਂ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਵੀ ਪ੍ਰਕਾਸ਼ਕਾਂ ਨੇ ਪੰਜਾਬ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਵੰਡਿਆ ਸੀ। ਨਿਝਾਵਨ ਨੇ ਕਿਤਾਬ ਦੀਆਂ ਕੁਝ ਕਾਪੀਆਂ ਉਚੇਚੀਆਂ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਲਈ ਭੇਜੀਆਂ। ਰਾਜੀਵ ਗਾਂਧੀ ਨੇ ਲੇਖਕ ਨੂੰ ਲਿਖੀ ਮੋੜਵੀਂ ਚਿੱਠੀ ਵਿੱਚ ਕਿਤਾਬ ਦੀ ਸਮਕਾਲੀ ਪ੍ਰਸੰਗ ਅੰਦਰ ਰਾਜਸੀ ਅਹਿਮੀਅਤ ਬਾਰੇ ਭਾਵਪੂਰਤ ਇਸ਼ਾਰਾ ਕਰਦਿਆਂ ਉਮੀਦ ਜਤਾਈ ਕਿ ਇਹ ਕਿਤਾਬਾਂ ਸੂਝ-ਬੂਝ ਤੇ ਸਹਿਣਸ਼ੀਲਤਾ ਨੂੰ ਗਹਿਰਾ ਕਰਨ ਵਿੱਚ ਸਹਾਈ ਹੋਣਗੀਆਂ, ਜਿਸ ਦੀ ਕਿ ਇਸ ਵੇਲੇ ਦੇਸ਼ ਨੂੰ ਭਾਰੀ ਜ਼ਰੂਰਤ ਹੈ। ਬੰਬਈ ਦੇ ਇੱਕ ਪੰਜਾਬੀ ਹਿੰਦੂ ਵਪਾਰੀ ਨੇ 10 ਕਿਤਾਬਾਂ ਉਚੇਚੇ ਤੌਰ ਤੇ ਪੰਜਾਬ ਦੇ ਕੁਝ ਸੀਨੀਅਰ ਸਿੱਖ ਅਫਸਰਾਂ ਵਿੱਚ ਵੰਡਣ ਲਈ ਖਰੀਦੀਆਂ। ਦਸੰਬਰ 1985 ਵਿੱਚ ਦਿੱਲੀ ਵਿਖੇ ਵਿਸ਼ੇਸ਼ ਰਾਜਸੀ ਮਨੋਰਥ ਨਾਲ ਬੁਲਾਈ ਗਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਕ੍ਰਿਡ ਦੀ ਪਹਿਲ ਕਦਮੀ ਤੇ ਉਦਮ ਨਾਲ ਕਿਤਾਬ ਸੈਂਕੜਿਆਂ ਦੀ ਸੰਖਿਆ ਵਿੱਚ ਮੁਫਤ ਵੰਡੀ ਗਈ। ਇਸ ਕਾਨਫਰੰਸ ਦਾ ਕਰਤਾ ਧਰਤਾ ਡਾਕਟਰ ਗੋਪਾਲ ਸਿੰਘ ਸੀ। ਲੇਖਕ ਦੇ ਦੱਸਣ ਮੁਤਾਬਕ ਟਾਈਮਜ਼ ਆਫ ਇੰਡੀਆ ਦਾ ਸੰਪਾਦਕ ਗਿਰੀ ਲਾਲ ਜੈਨ, ਜਿਸ ਨੇ ਉਹਨਾਂ ਸਮਿਆਂ ਵਿੱਚ ਪ੍ਰੈਸ ਅੰਦਰ ਸਿੱਖ ਵਿਰੋਧੀ ਤਵੱਸਬੀ ਪ੍ਰਾਪੇਗੰਡੇ ਦੀ ਸ਼ੋਰੀਲੀ ਮੁਹਿੰਮ ਦੀ ਕੰਬਾਨ ਸੰਭਾਲੀ ਹੋਈ ਸੀ, ਕਿਤਾਬ ਵੇਂਦਿਆਂ ਹੀ ਇਸ ਕਦਰ ਗਦਗਦ ਹੋ ਉੱਠਿਆ ਸੀ ਕਿ ਉਸ ਨੇ ਬੰਬਈ ਵਿਖੇ ਆਪਣੇ ਦਫ਼ਤਰ ਵਿੱਚ ਬੈਠਿਆਂ ਖੜੇ ਪੈਰ ਹੀ ਕਿਤਾਬ ਦਾ ਰਿਵਿਊ ਕਰਵਾਉਣ ਦਾ ਨਿਰਣਾ ਕਰ ਲਿਆ ਸੀ। ਇਸ ਤਰ੍ਹਾਂ ਇੱਕ ਹੋਰ ਮੰਨੇ ਪਰਮੰਨੇ ਸਿੱਖ ਦੋਖੀ ਕਾਲਮਨਵੀਸ ਐਮ.ਵੀ. ਕਾਮਥ ਨੇ ਵੀ ਕਿਤਾਬ ਪ੍ਰਤੀ ਬੇਹੱਦ ਉਤਸ਼ਾਹ ਪ੍ਰਗਟ ਕਰਦਿਆਂ ਅਤੇ ਬੰਬਈ ਦੇ ਸੰਡੇ ਆਫਟਰਨੂਨ ਨਾਂ ਦੇ ਅਖਬਾਰ ਵਿੱਚ ਇਸ ਪਰਥਾਏ ਪ੍ਰਸ਼ੰਸਾ ਲੱਦਿਆ ਲੇਖ ਲਿਖਿਆ। ਦ ਟ੍ਰਿਬਿਊਨ, ਜਿਹੜਾ ਕਿ ਸਿੱਖਾਂ ਵੱਲੋਂ ਅੰਗਰੇਜ਼ੀ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਹੈ, ਨੇ ਕਿਤਾਬ ਦਾ ਰਿਵਿਊ ਹੱਦੋਂ ਵੱਧ ਸ਼ਿੰਗਾਰ ਕੇ ਛਾਪਿਆ ਸੀ। ਪੰਜਾਬੀ ਦੇ ਅਜੀਤ ਅਖਬਾਰ ਨੇ ਵੀ ਦੇਖਾ ਦੇਖੀ ਕਿਤਾਬ ਦਾ ਪੂਰਾ ਗੁੱਡਾ ਬੰਨਿਆ। ਆਲ ਇੰਡੀਆ ਰੇਡੀਓ ਦੇ ਦਿੱਲੀ ਤੇ ਜਲੰਧਰ ਸਟੇਸ਼ਨਾਂ ਦੀ ਵਿਦੇਸ਼ੀ ਸੇਵਾ ਵੱਲੋਂ ਪ੍ਰਵਾਸੀ ਪੰਜਾਬੀ ਸਰੋਤਿਆਂ ਨੂੰ ਮੁੱਖ ਰੱਖਦੇ ਹੋਏ ਨਿਝਾਵਨ ਦੀ ਵਿਸ਼ੇਸ਼ ਇੰਟਰਵਿਊ ਪ੍ਰਕਾਸ਼ਿਤ ਕੀਤੀ ਗਈ। ਦੂਰਦਰਸ਼ਨ ਦੇ ਕੌਮੀ ਨੈਟਵਰਕ ਉੱਤੇ ਲੇਖਕ ਦੀ ਡਾਕਟਰ ਅਮਰੀਕ ਸਿੰਘ, ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਅੱਧੇ ਘੰਟੇ ਦੀ ਗੱਲਬਾਤ ਟੈਲੀਕਾਸਟ ਕੀਤੀ ਗਈ। ਪਰ ਇਸ ਸਾਰੀ ਕਹਾਣੀ ਦਾ ਸਭ ਨਾਲੋਂ ਰੌਚਕ ਕਾਂਡ ਪੀ.ਕੇ. ਨਿਝਾਵਨ ਦੇ ਗੋਬਿੰਦ ਗੀਤਾ ਲਿਖਣ ਦੇ ਨਿਵੇਕਲੇ ਖਿਆਲ ਪ੍ਰਤੀ ਕ੍ਰਿਡ ਵੱਲੋਂ ਪ੍ਰਗਟਾਏ ਰਵੱਈਏ ਨਾਲ ਜੁੜਿਆ ਹੋਇਆ ਹੈ। ਇਸ ਕਥਾ ਵਾਰਤਾ ਚੋਂ ਭਾਰਤੀ ਹਾਕਮਾਂ ਵੱਲੋਂ ਸਿੱਖ ਕੌਮ ਨੂੰ ਫਾਉਣ ਲਈ ਬੁਣੇ ਗਏ ਫਰੇਬੀ ਜਾਲ ਦੀਆਂ ਕਈ ਸਾਰੀਆਂ ਦ੍ਰਿਸ਼ਟ ਤੇ ਅਦ੍ਰਿਸ਼ਟ ਪਰਤਾਂ ਉਜਾਗਰ ਹੋ ਜਾਂਦੀਆਂ ਹਨ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ, ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।